नमस्कार साथियों, मैं धीरज सेहत जरूरी कार्यक्रम ਦੇ ਵਿੱਚ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ। ਔਰ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਕੋਵਿਡ ਮਹਾਕਾਲ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਭਿਅੰਕਰ ਇਸਨੇ ਆਪਣਾ ਹਾਹਾਕਾਰ ਮਚਾਈ ਹੋਈ ਹੈ। ਔਰ ਇਸ ਦੇ ਵਿੱਚ ਅਸੀਂ ਥੋੜੀਆਂ ਛੋਟੇ ਪ੍ਰੀਕਾਸ਼ਨਸ ਦੇ ਨਾਲ ਆਪਣੀ ਲਾਈਫ ਸਟਾਈਲ ਨੂੰ ਯੋਗ ਦੇ ਨਾਲ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ, ਉਸ ਦੇ ਬਾਰੇ ਅੱਜ ਮੈਂ ਆਪ ਜੀ ਨੂੰ ਕੁਝ ਜਾਣਕਾਰੀ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਹਾਂ। ਕਿਹਾ ਜਾਂਦਾ ਹੈ ਕਿ ਕਿਸੇ ਵੀ ਆਸਨ 'ਚ ਬੈਠਣਾ ਔਰ ਉਸ ਦੇ ਵਿੱਚ ਤੁਹਾਨੂੰ ਸੁਖਮ ਮਿਲਣਾ, ਯਾਨੀ ਕਿ ਜਿਸ ਪੋਜ਼ ਦੇ ਵਿੱਚ ਤੁਸੀਂ ਬੈਠਦੇ ਹੋ ਅਗਰ ਉਸ ਦੇ ਵਿੱਚ ਤੁਹਾਨੂੰ ਸੁਖਮ ਮਿਲਦਾ ਹੈ ਤਾਂ ਹੀ ਉਸ ਨੂੰ ਤੁਸੀਂ ਅੱਛੀ ਤਰ੍ਹਾਂ ਐਕਸਪਲੇਨ ਕਰ ਸਕਦੇ ਹੋ ਔਰ ਉਸ ਦਾ ਭਾਵ ਤੁਹਾਡੇ ਸਰੀਰ 'ਤੇ ਮਿਲ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਜੋ ਸਥਿਤੀ ਤੁਹਾਡੇ ਸਾਹਮਣੇ ਮੈਂ ਦੱਸ ਰਿਹਾ ਹਾਂ ਬੈਠਣ ਦਾ ਪੋਜ਼, ਇਹ ਸੁਖ ਆਸਨ ਦਾ ਪੋਜ਼ ਹੈ। ਇਸ ਦੇ ਵਿੱਚ ਲੈਗਸ ਨੂੰ ਬਿਲਕੁਲ ਸਿੱਧੀਆਂ ਕਰਦੇ ਹੋਏ ਇਹਨਾਂ ਨੂੰ ਸ਼ੇਕ ਕਰ ਲੈਣਾ ਹੈ। ਔਰ ਉਸ ਤੋਂ ਬਾਅਦ ਅਗਰ ਨੀ ਦੀ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੈ ਤਾਂ ਨੀ ਨੂੰ ਬਹੁਤ ਜ਼ਿਆਦਾ ਪਿੱਛੇ ਬੈਂਡ ਨਹੀਂ ਕਰਨਾ। ਇਸ ਨੂੰ ਆਪਣੀ ਸੁਵਿਧਾ ਅਨੁਸਾਰ ਇਸ ਨੂੰ ਆਪਾਂ ਜ਼ਰੂਰੀ ਨਹੀਂ ਹੈ ਕਿ ਬਹੁਤ ਪਿੱਛੇ ਕਰਕੇ ਆਪਾਂ ਰੱਖੀਏ, ਤਾਂ ਇਸ ਨੂੰ ਇੱਕ ਆਰਾਮਦਾਇਕ ਸਥਿਤੀ ਦੇ ਵਿੱਚ ਬੈਠਣ ਦੀ ਪੂਰੀ ਪ੍ਰਯਾਸ ਕਰਨਾ ਹੈ। ਔਰ ਇਸ ਦੇ ਵਿੱਚ ਆਪਣੀ ਕਮਰ ਨੂੰ ਬਿਲਕੁਲ ਸਿੱਧੇ ਰੱਖਣਾ ਹੈ, ਆਪਣੀ ਮੇਰੂਦੰਡ ਨੂੰ ਆਪਣੀ ਗਰਦਨ ਨੂੰ ਬਿਲਕੁਲ ਸਿੱਧੇ ਰੱਖਣਾ ਹੈ, ਜਿਸ ਦੇ ਵਿੱਚ ਸਪਾਈਨਲ ਕੋਰਡ ਦਾ ਬਹੁਤ ਵੱਡਾ ਇੰਪੋਰਟੈਂਟ ਰੋਲ ਹੈ ਕਿ ਤੁਹਾਡੀ ਫਿਜ਼ੀਕਲ ਤੋਂ ਜੋ ਨਿਊਰੋਨਸ ਉਹ ਦਿਮਾਗ ਤੱਕ ਮੈਸੇਜ ਲੈ ਕੇ ਜਾ ਰਿਹਾ ਔਰ ਉਸ ਤੋਂ ਬਾਅਦ ਦਿਮਾਗ ਤੋਂ ਹੀ ਉਹ ਸਾਰੀਆਂ ਇਨਸਟਰਕਸ਼ਨਸ ਪੂਰੀਆਂ ਬੋਡੀ ਨੂੰ ਦਿੱਤੀਆਂ ਜਾ ਰਹੀਆਂ। ਯਾਨੀ ਕਿ ਕਹਿਣ ਤੋਂ ਭਾਵ ਇਹ ਹੈ ਕਿ ਮਨ ਔਰ ਦਾ ਬਹੁਤ ਵੱਡਾ ਰੋਲ ਹੈ ਸਰੀਰ ਨੂੰ ਸੁਚਾਰੂ ਰੂਪ ਦੇ ਵਿੱਚ ਚਲਾਉਣ ਵਾਸਤੇ। ਤੋ ਜੋ ਇਹ ਸਾਰੀਆਂ ਟੈਕਨੀਕਸ ਨੇ, ਇਹ ਮਨ ਨੂੰ ਸਾਧਣ ਵਾਸਤੇ ਇਹ ਸਾਰੀਆਂ ਯੋਗ ਟੈਕਨੀਕਸ ਔਰ ਬਹੁਤ ਸਾਡੇ ਗੁਣੀਵਾਨ ਰਿਸ਼ੀ ਮੁਨੀਆਂ ਨੇ ਇਸ ਚੀਜ਼ ਨੂੰ ਬਹੁਤ ਵਰਸ਼ਾਂ ਪਹਿਲਾਂ ਹੀ ਇਜਾਦ ਕਰ ਦਿੱਤਾ ਸੀ। ਤਾਂ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਬੈਠਣ ਦੀ ਸਥਿਤੀ ਆਰਾਮਦਾਇਕ ਸਥਿਤੀ ਹੋਣੀ ਚਾਹੀਦੀ ਹੈ ਔਰ ਇਸ ਦੇ ਵਿੱਚ ਇਸ ਚੀਜ਼ ਨੂੰ ਆਪਾਂ ਫਾਈਨਲ ਕਰ ਲੈਣਾ ਹੈ ਕਿ ਵਾਤਾਵਰਣ ਬਿਲਕੁਲ ਸ਼ੁੱਧ ਹੋਣਾ ਚਾਹੀਦਾ ਹੈ ਔਰ ਏਅਰ ਦੀ ਕੁਆਲਿਟੀ ਬਹੁਤ ਅੱਛੀ ਹੋਣੀ ਚਾਹੀਦੀ ਹੈ ਕਿ ਯੋਗ ਨੂੰ ਅਸੀਂ ਅਪਣਾਉਣਾ ਹੈ ਪਰ ਉਹਦੇ ਨਿਯਮਾਂ ਨੂੰ ਵੀ ਨਾਲ ਦੇ ਨਾਲ ਅਸੀਂ ਅਪਣਾਉਣਾ ਹੈ। ਤਾਂ ਸਭ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰ ਲੈਣਾ ਹੈ ਕਿ ਜਿੱਥੇ ਅਸੀਂ ਬੈਠਣਾ ਉਹ ਇੱਕ ਬੜੀ ਹੀ ਆਰਾਮਦਾਇਕ ਔਰ ਸਾਫ਼ ਸੁਥਰੀ ਜਗ੍ਹਾ ਹੋਵੇ, ਇਨਵਾਇਰਮੈਂਟ ਬੜਾ ਅੱਛਾ ਹੋਵੇ। ਔਰ ਉਸ ਤੋਂ ਬਾਅਦ ਪ੍ਰਾਣਾਯਾਮ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਨਿਯਮ ਹੋਰ ਹੈ ਕਿ ਸਵੇਰੇ ਅਗਰ ਪ੍ਰਾਣਾਯਾਮ ਤੋਂ ਪਹਿਲਾਂ ਅਸੀਂ ਸ਼ਾਵਰ ਲੈ ਲੈਂਦੇ ਹਾਂ, ਇਸ਼ਨਾਨ ਕਰ ਲੈਂਦੇ ਹਾਂ, ਤਾਂ ਉਸ ਦਾ ਇੱਕ ਵਿਸ਼ੇਸ਼ ਮਹੱਤਵ ਹੈ ਕਿ ਕਿਸੇ ਤਰ੍ਹਾਂ ਦਾ ਵੀ ਸਾਡੇ ਸਰੀਰ ਦੇ ਉੱਤੇ ਦਬਾਅ ਨਹੀਂ ਰਹਿੰਦਾ। ਉਸ ਤੋਂ ਬਾਅਦ ਆਪਣੀ ਇਸ ਸੁਖ ਆਸਨ ਦੀ ਸਥਿਤੀ ਵਿੱਚ ਬੈਠਣਾ, ਦੋਵੇਂ ਹੱਥਾਂ ਨੂੰ ਹਥੇਲੀਆਂ ਨੂੰ ਆਕਾਸ਼ ਦੀ ਤਰਫ ਖੋਲ੍ਹਦੇ ਹੋਏ ਬੈਠਣਾ ਔਰ ਅੰਗੂਠੇ ਔਰ ਉਸ ਦੀ ਨਾਲ ਵਾਲੀ ਇੰਡੈਕਸ ਫਿੰਗਰ ਨੂੰ ਆਪਸ ਦੇ ਵਿੱਚ ਜੋੜਦੇ ਹੋਏ ਆਪਣਾ ਧਿਆਨ ਆਹਿਸਤਾ ਆਪਣੇ ਥਰਡ ਆਈ ਵੱਲ, ਯਾਨੀ ਕਿ ਜਿੱਥੇ ਅਸੀਂ ਤਿਲਕ ਲਗਾਉਂਦੇ ਹਾਂ ਉਹ ਥਰਡ ਆਈ ਦੇ ਉੱਪਰ, ਜਿਸ ਨੂੰ ਯੋਗਿਕ ਭਾਸ਼ਾ ਦੇ ਵਿੱਚ ਆਗਿਆ ਚੱਕਰ ਕਿਹਾ ਜਾਂਦਾ ਹੈ ਔਰ ਇਹ ਸਾਡੇ ਵਿਚਾਰਾਂ ਨੂੰ ਰਿਪਰੈਜ਼ੈਂਟ ਕਰਦਾ ਹੈ। ਔਰ ਇਸ ਦੇ ਉੱਤੇ ਆਪਣੇ ਧਿਆਨ ਨੂੰ ਆਹਿਸਤਾ ਫੋਕਸ ਕਰਨਾ ਔਰ ਅੱਖਾਂ ਨੂੰ ਕੋਮਲਤਾ ਦੇ ਨਾਲ ਬੰਦ ਕਰਨਾ। ਕੁਝ ਪਲ ਪ੍ਰਾਣਾਯਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਇਸ ਦੀ ਸਹਿਜ ਅਵਸਥਾ ਦੇ ਵਿੱਚ ਬੈਠਣਾ। ਮੈਂ ਕੁਝ ਸੈਕਿੰਡ ਵਾਸਤੇ ਤੁਹਾਨੂੰ ਇਸ ਦਾ ਪੋਸਚਰ ਦੱਸ ਦਿੰਦਾ ਬੈਠਦੇ ਹੋਏ। ਤੋ ਅੱਖਾਂ ਕੋਮਲਤਾ ਦੇ ਨਾਲ ਬੰਦ, ਚਿਹਰੇ ਦੇ ਉੱਤੇ ਇੱਕ ਪ੍ਰਸੰਨਤਾ ਦਾ ਭਾਵ, ਆਨੰਦ ਦਾ ਭਾਵ, ਹੱਥ ਆਕਾਸ਼ ਵੱਲ ਖੁੱਲ੍ਹੇ ਹੋਏ ਔਰ ਦੋਨਾਂ ਨਾਸਿਕਾ ਤੋਂ ਸਵਾਸ ਨੂੰ ਅੰਦਰ ਲੈਣਾ, ਉਸ ਨੂੰ ਰੋਕਣਾ ਯਥਾ ਸੰਭਵ ਜਿੰਨੀ ਅਸੀਂ ਆਪਣੀ ਆਂਤਰਿਕ ਸ਼ਕਤੀ ਨਾਲ ਰੋਕ ਸਕਦੇ ਹਾਂ ਔਰ ਉਸ ਨੂੰ ਛੱਡਣਾ। ਇਸ ਦੇ ਵਿੱਚ ਜੋ ਸਭ ਤੋਂ ਵੱਡਾ ਰੋਲ ਹੈ ਉਹ ਹੈ ਲੰਗਸ ਦਾ। ਜੋ ਵੀ ਅਸੀਂ ਆਕਸੀਜਨ ਲੈ ਰਹੇ ਹਾਂ ਉਸ ਦਾ ਸਿੱਧਾ ਕੰਟੈਕਟ ਸਿੱਧਾ ਲੰਗ ਸਿਸਟਮ ਦੇ ਨਾਲ ਹੁੰਦਾ ਹੈ ਔਰ ਇਹ ਲੰਗ ਸਿਸਟਮ ਹੀ ਸਾਡੇ ਪੂਰੇ ਮਦਰਬੋਰਡ ਨੂੰ, ਯਾਨੀ ਕਿ ਡਾਇਫਰਾਮ ਤੋਂ ਲੈ ਕੇ ਸਾਡੇ ਡਾਈਜੈਸ਼ਨ ਸਿਸਟਮ ਨੂੰ ਚਲਾਉਣ ਦੇ ਵਿੱਚ, ਫੁੱਲ ਬੋਡੀ ਨੂੰ ਚਲਾਉਣ ਵਾਸਤੇ ਇਹ ਪ੍ਰਾਣ ਸ਼ਕਤੀ ਦਾ ਬਹੁਤ ਵੱਡਾ ਰੋਲ ਹੈ। ਤੋ ਇਸ ਪ੍ਰਾਣ ਸ਼ਕਤੀ ਨੂੰ ਇੰਪੋਰਟੈਂਸ ਨੂੰ ਸਮਝਣਾ ਔਰ ਇਸ ਦੀਆਂ ਟੈਕਨੀਕਸ ਨੂੰ ਨਾਲ ਦੇ ਨਾਲ ਸਮਝੀ ਜਾਣਾ। ਤੋ ਜਿਸ ਤਰ੍ਹਾਂ ਹੁਣ ਤੱਕ ਅਸੀਂ ਸਮਝਿਆ ਹੈ
कि प्राणायाम करन तो पहला कुछ नियमां दा पालन करना और उस तो बाद साडी बैठन की स्थिति सुविधा अनुसार असी जमीन ते बैठ सकते हाँ। अगर किसी नूं नी दी या कमर की किसी तरह की प्रॉब्लम है वो अपनी सुविधा अनुसार चेयर के उत्ते भी इसनूं बैठ के किया जा सकता है और कपड़े बिल्कुल ढिले होण, हवादार होण, जिस दे नाल तुहानूं बैठण दे विच कंफर्टेबल होवे। तो पहला जिस तरह असीं कीता इस दे विच सिर्फ अपने आप नूं एक ध्यान की अवस्था दे विच लैके जाना और श्वासां नूं अंदर लैना, रोकना अते छड्ड देना, यह पहली प्रक्रिया सी। उस तो बाद अगर किसी तरह का बीपी वधिया ना होवे या फिर किसी तरह की फ्रस्ट्रेशन ना बॉडी दे विच होवे, दिमाग दे विच ना होवे, तां उहदे विच डिसाइड करना पैंदा है कि प्राणायाम किहड़ा कीता जाना चाहिए है। तो कोविड महाकाल दे विच ज़्यादातर स्ट्रैस के नाल लोकी बहुत ज़्यादा परेशान ने। तो इस दे विच स्टार्टिंग दे विच तुसी श्वासां दे नाल अपनी एक एक नोस्ट्रल नूं आपां प्रॉपर प्यूरीफाई कर लेना है कि तुहाडे दोने नासिका दे छिद्र जिहड़े ने वो सही ढंग दे नाल काम कर रहे हैं। तो उन्हां दे विच सब तो पहलां तुसी काम की करना है कि अगर तो कोई बीपी का पेशेंट है जिसका बीपी बहुत लो हुंदा है, वो अपनी लैफ्ट नोस्ट्रल तो श्वास नहीं लेगा। ਉਹਦੇ ਵਿੱਚ ਅਸੀਂ ਕੀ ਕਰਾਂਗੇ, राइट नोस्ट्रल तो ਅਸੀਂ श्वास लैके लैफ्ट छोड़ांगे, यानी कि अपनी सूर्य अपने अंदर एक गर्मी ਨੂੰ एक्टिव करने की कोशिश करांगे। इस दे ਵਿੱਚ सब तो पहला ਅਸੀਂ अपनी लैफ्ट नोस्ट्रल ਨੂੰ बंद करांगे। तो लैफ्ट नोस्ट्रल ਨੂੰ बंद करते हुए राइट नोस्ट्रल तो इनहेल करांगे, भाव साह लवांगे, आहिस्ता आहिस्ता श्वास लेंदे हुए इसनूं असी रोकांगे, यानी कि अगर एक अनुपात लिया इसनूं रोकन दा तो 2 सैकेंड इसनूं रोक के 4 सैकेंड दे विच इस दे ओपोजिट यानी कि लैफ्ट नोस्ट्रल तो आहिस्ता आहिस्ता छड़ना और बहुत ही कॉन्शियस होके इस श्वास की क्रिया नूं देखना। तो यह जो क्रिया सी ऐसी सूर्य भेदी जिस दे विच असी राइट नोस्ट्रल तो श्वास लिया तो खब्बी दे उत्ते छड्डिया। तो इस दे ओपोजिट कुछ जरूरी नहीं हो सकता कि पेशेंट सारे एक तरह के होण। तो इस केस दे विच अगर किसी नूं बहुत ज़्यादा बीपी वधिया रहिंदा है, क्योंकि सारा खेल ही मनदा है, तो उस केस दे विच असी अपने जिन्हों बीपी या हाइपरटेंशन की ऐसे केसिस होण ते अपने आप नूं सहज स्थिति तो बाद असी अपनी लैफ्ट नोस्ट्रल यानी कि खब्बी नक तो साह लैके राइट नोस्ट्रल तो असी इसनूं छड्डना है। यह साडी बॉडी के अंदर कूलेंट नूं यानी कि चंद्र भेदी है प्राणायाम इसका नाम है, और साडी बॉडी दे विच कूलेंट नूं क्रिएट करता है। तो इसनूं भी प्रक्रिया इस तरह ही रहेगी, कमर बिल्कुल सीधी, चेहरे के उत्ते मुस्कान, राइट नोस्ट्रल नूं बंद करते हुए लैफ्ट नोस्ट्रल दे नाल इनहेल करना, इसका अनुपात 1:4 सैकेंड रोकना और उसके अगले 8 सैकेंड दे विच आहिस्ता आहिस्ता छड़ना। और जो यह प्राणायाम सी चंद्रभेदी और सूर्यभेदी, बेसिकली ये सारे प्राणायाम दे विच बहुत महानता है और बड़ी महारता है इन्हां दे विच, जो तुहाडे नर्वस सिस्टम के उत्ते बहुत गहरा प्रभाव पाती है। इस तो अगे इस दे राउंड तुसी घट्टो घट्ट 4 तो 5 एक नोस्ट्रल तो असी कर सकते हाँ। सहज स्थिति तो बाद नाड़ी शोधन प्रक्रिया दे विच असी चंद्रभेदी और सूर्यभेदी असी कर सकते हाँ। तो इस तो अगे वधदे हुए दोनों नोस्ट्रल तो असी अपनी बॉडी नूं हीट करना, होर हीट करना, वार्मअप करना है। उस दे विच कुछ टेक्निक्स आ जांदियां और उसका नाम है भस्त्रिका क्रिया। बेसिकली यह ब्लोर है जो तुहाडी चैस्ट दे विच एक्टिव होकर काम करता है। तो उस दे विच भी बैठन की स्थिति सुखासन दे विच बैठ सकते हाँ, वज्रासन च बैठ सकते हाँ। वो स्थितियां तुहानूं मैं नाल दे नाल दसदा जावांगा। और इस दे उत्ते अगर नींद आ किसी तरह की प्रॉब्लम है तो चेयर पर उसी बैठ सकते हाँ। तो भस्त्रिका क्रिया दे विच दोने नोस्ट्रल नूं ਜਦੋਂ ਅਸੀਂ ਇੱਕ ਵਾਰੀ ਚੈੱਕ ਕਰ ਲਿਆ कि वो सही ढंग ਨਾਲ सुचारू रूप ਦੇ ਵਿੱਚ ਕੰਮ ਕਰ ਰਹੇ ਆ, ਫਿਰ ਅਸੀਂ ਦੋਨਾਂ ਨੋਸਟਰਲ ਤੋਂ श्वास ਲੈਣਾ और ਉਸ ਨੂੰ ਛੱਡ ਦੇਣਾ। यानी कि पूरक ਅਸੀਂ श्वास ਲੈਣਾ, रेचक ਅਸੀਂ श्वास ਛੱਡ देना। तो ਉਹਨੂੰ किस तरह करांगे ਆਪਾਂ, श्वास लिया, श्वास ਛੱਡਿਆ, तो इस दे नाल करते हुए नोस्ट्रल दे विचों कफ भी आ सकता है, पानी भी आ सकता है,
ਇਹ ਤੁਹਾਡੇ ਕਿਸੇ ਵੀ ਤਰ੍ਹਾਂ ਨਾਸਿਕਾ ਦੁਆਰ ਦੇ ਵਿੱਚ ਕੋਈ ਕਫ ਹੈ, ਕੋਈ ਦੋਸ਼ ਹੈ, ਉਸ ਨੂੰ ਇਹ ਖਤਮ ਕਰਨ ਦੇ ਵਿੱਚ ਬਹੁਤ ਵੱਡਾ ਸਹਾਈ ਹੈ। ਤਾਂ ਨਾੜੀ ਸ਼ੋਧਨ ਪ੍ਰਕਿਰਿਆ ਦੇ ਵਿੱਚ ਪ੍ਰਾਣਾਯਾਮ ਦੇ ਇੱਕ ਛੋਟੇ ਜਿਹੇ ਪੈਕੇਜ ਦੇ ਵਿੱਚ ਜਿੱਥੇ ਤੁਸੀਂ ਧਿਆਨ ਦੇ ਵਿੱਚ ਗਏ ਔਰ ਉਸ ਤੋਂ ਬਾਅਦ ਅਸੀਂ ਇੱਕ ਭਸਤ੍ਰਿਕਾ ਨਾੜੀ ਸ਼ੋਧਨ ਪ੍ਰਕਿਰਿਆ ਦੇ ਵਿੱਚ ਚੰਦਰ ਬੇਦੀ ਸੂਰਿਆ ਬੇਦੀ ਕੀਤੀ, ਉਸ ਤੋਂ ਬਾਅਦ ਇਹ ਭਸਤ੍ਰਿਕਾ ਇਸ ਨੂੰ ਕੀਤਾ। ਤਾਂ ਭਸਤ੍ਰਿਕਾ ਕਰਨ ਦਾ ਲਾਭ ਸਭ ਤੋਂ ਪਹਿਲਾਂ ਇਹ ਹੈ ਕਿ ਜਿਨ੍ਹਾਂ ਦਾ ਹਾਈਪਰਟੈਂਸ਼ਨ ਨਹੀਂ ਹੈ, ਬੀਪੀ ਨਾਰਮਲ ਰਹਿੰਦਾ ਹੈ, ਉਸ ਦੇ ਵਿੱਚ ਇਹ ਬਹੁਤ ਜ਼ਿਆਦਾ ਸਹਾਈ ਹੈ ਬੋਡੀ ਨੂੰ ਵਾਰਮ ਅਪ ਕਰਨ ਵਾਸਤੇ। ਕਿਸੇ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਅੰਦਰ ਇੱਕ એનર્ਜੀ ਦਾ ਇੱਕ ਅੱਛਾ ਫਲੋ ਬਣੇ, ਉਸ ਦੇ ਵਿੱਚ ਇਹ ਬਹੁਤ ਵੱਡਾ ਸਹਾਈ ਹੈ ਔਰ ਸਹਿਜਤਾ ਦੇ ਨਾਲ ਕਰਨ ਵਾਲਾ ਇਹ ਅਭਿਆਸ ਹੈ। ਅਗਰ ਕਿਸੇ ਨੂੰ ਫਿਟਸ ਪੈਂਦੇ ਨੇ, ਯਾਨੀ ਕਿ ਭਾਵ ਕਿਸੇ ਨੂੰ ਮਿਰਗੀ ਦੇ ਦੌਰੇ ਪੈਂਦੇ ਨੇ ਜਾਂ ਕਿਸੇ ਦਾ ਬੀਪੀ ਵੱਧਦਾ ਹੈ, ਕਿਸੇ ਨੂੰ ਤਣਾਅ ਜ਼ਿਆਦਾ ਹੈ, ਉਸ ਕੰਡੀਸ਼ਨ ਦੇ ਵਿੱਚ ਇਸ ਕਿਰਿਆ ਨੂੰ ਨਹੀਂ ਕਰਨਾ। ਅਦਰਵਾਈਜ਼ ਇਸ ਦੀ ਗਤੀ ਸਮਾਨਿਆ ਤੋਂ ਤੇਜ਼ ਜਾਂ ਹੋਰ ਤੇਜ਼ ਜਾਂ ਬਿਲਕੁਲ ਸਲੋ ਕੀਤੀ ਜਾ ਸਕਦੀ ਹੈ ਆਪਣੀ ਸੁਵਿਧਾ ਅਨੁਸਾਰ। ਕੋਵਿਡ ਦੇ ਵਿੱਚ ਇਹ ਜੋ ਪ੍ਰਾਣਾਯਾਮ ਨੇ, ਇਹਨਾਂ ਦਾ ਜਿਸ ਤਰ੍ਹਾਂ ਦੱਸ ਰਹੇ ਹਾਂ ਕਿ ਇਸ ਦਾ ਬਹੁਤ ਵਿਸ਼ੇਸ਼ ਮਹੱਤਵ ਹੈ। ਇਸ ਤੋਂ ਅਗਲੀ ਕਿਰਿਆ ਕਰੀਏ ਤਾਂ ਉਹ ਹੈ ਨਾੜੀ ਸ਼ੋਧਨ ਦੀ ਪ੍ਰਕਿਰਿਆ। ਨਾੜੀ ਸ਼ੋਧਨ ਪ੍ਰਕਿਰਿਆ ਦੇ ਵਿੱਚ ਆਪਣੀ ਸੱਜੀ ਨਾਸਿਕਾ ਨੂੰ ਬੰਦ ਕਰਨਾ, ਖੱਬੀ ਤੋਂ ਸਵਾਸ ਭਰਨਾ, ਰੋਕਣਾ ਔਰ ਸੱਜੀ ਤੋਂ ਛੱਡ ਦੇਣਾ। ਇਸ ਦਾ ਵੀ ਅਨੁਪਾਤ 1:4:8 ਦੇ ਅਨੁਸਾਰ ਰਹੇਗਾ। ਫਿਰ ਸੱਜੀ ਤੋਂ ਲੈਣਾ, ਰੋਕਣਾ ਔਰ ਖੱਬੀ ਤੇ ਛੱਡ ਦੇਣਾ। ਇਸ ਨੂੰ ਵੀ ਆਪਣੀ ਸੁਵਿਧਾ ਅਨੁਸਾਰ 5 ਮਿੰਟ, 10 ਮਿੰਟ ਔਰ 15 ਮਿੰਟ ਕਰ ਸਕਦੇ ਹਾਂ। ਔਰ ਇਹ ਜਿੰਨੇ ਵੀ ਪ੍ਰਾਣਾਯਾਮ ਨੇ ਜਿੱਥੇ ਸਾਡੇ ਮਾਨਸਿਕ ਸਤਰ ਨੂੰ ਬਹੁਤ ਉੱਚ ਲੈਵਲ ਤੇ ਲੈ ਕੇ ਜਾਂਦੇ ਨੇ ਔਰ ਇਸ ਦੇ ਨਾਲ ਨਾਲ ਜਿਹੜੀਆਂ ਕਿਰਿਆ ਨੇ ਉਹ ਸਾਡੇ ਸਰੀਰਿਕ ਅੰਦਰ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਵਾਸਤੇ ਬਹੁਤ ਵੱਡਾ ਸਹਾਈ ਕਰਦੇ ਨੇ ਔਰ ਸਾਡੇ ਗਲੈਂਡਸ ਤੋਂ ਬਹੁਤ ਵਧੀਆ ਕੰਮ ਕਰਵਾਉਣ ਵਾਸਤੇ ਉਹ ਵਚਨਬੱਧ ਹੋ ਜਾਂਦੀਆਂ ਹਨ। ਔਰ ਮੈਨੂੰ ਪੂਰੀ ਆਸ਼ਾ ਹੈ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਯੋਗ ਅਤੇ ਨੇਚਰ ਦੇ ਨਾਲ ਜੁੜ ਕੇ ਆਪਣਾ ਔਰ ਆਪਣੇ ਪਰਿਵਾਰ ਦਾ, ਆਪਣੇ ਪੂਰੇ ਸਮਾਜ ਦਾ ਜੀਵਨ ਬਦਲੋਗੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਤੋਂ ਆਗਿਆ ਲੈਣਾ। ਧੰਨਵਾਦ।